ਸਤਿ ਸ਼੍ਰੀ ਅਕਾਲ ਜੀ। ਮੇਰਾ ਪਤੀ ਆਫਿਸ ਤੋਂ ਆਇਆ ਤੇ ਖਾਣੇ ਦੇ ਲਈ ਚੀਕ ਰਿਹਾ ਸੀ। ਉਸ ਨੂੰ ਬਹੁਤ ਭੁੱਖ ਲੱਗੀ ਸੀ, ਜਦ ਕਿ ਮੈਂ ਆਪਣੇ ਬੇਟੇ ਦੇ ਲਈ ਦੁੱਧ ਠੰਡਾ ਕਰ ਰਹੀ ਸੀ। ਮੇਰਾ 1 ਸਾਲ ਦਾ ਬੇਟਾ ਮੋਹਿਤ ਵੀ ਭੁੱਖ ਨਾਲ ਰੋ ਰਿਹਾ ਸੀ। ਮੈਂ ਜਲਦੀ ਨਾਲ ਉਸ ਨੂੰ ਦੁੱਧ ਗਰਮ ਕਰਕੇ ਬੋਤਲ ਉਸ ਦੇ ਮੂੰਹ ਨੂੰ ਲਗਾਈ ਤੇ ਜਲਦੀ ਨਾਲ ਪਤੀ ਦੇ ਲਈ ਖਾਣਾ ਲੈਣ ਰਸੋਈ ਦੇ ਵਿੱਚ ਚਲੀ ਗਈ। ਮੈਂ ਖਾਣਾ ਪਲੇਟ ਵਿੱਚ ਰੱਖਿਆ ਤੇ ਕਮਰੇ ਦੇ ਵਿੱਚ ਚਲੀ ਗਈ, ਪਰ ਕਮਰੇ ਵਿੱਚ ਪੈਰ ਰੱਖਦੇ ਹੀ ਮੇਰੇ ਹੋਸ਼ ਉੱਡ ਗਏ। ਮੈਨੂੰ ਇੱਦਾਂ ਲੱਗਿਆ ਜਿੱਦਾਂ ਕਿਸੇ ਨੇ ਮੇਰੀ ਜਾਨ ਕੱਢ ਦਿੱਤੀ ਹੋਵੇ। ਮੇਰੇ ਬੇਟੇ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ ਅਤੇ ਉਹ ਬੇਸੁੱਧ ਪਿਆ ਸੀ। ਮੇਰੀ ਸੱਸ ਉਸ ਦੇ ਹੱਥ ਪੈਰ ਮਲ ਰਹੀ ਸੀ ਤੇ ਚੀਖ ਚੀਖ ਕੇ ਕਹਿ ਰਹੀ ਸੀ, ਕਮਬਖ਼ਤ ਨੇ ਦੁੱਧ ਵਿੱਚ ਪਤਾ ਨਹੀਂ ਕੀ ਮਿਲਾ ਕੇ ਦਿੱਤਾ ਜੋ ਉਸ ਦੀ ਇਹ ਹਾਲਤ ਹੋ ਗਈ। ਮੇਰੀ ਸੱਸ ਵੀ ਉੱਚੀ ਉੱਚੀ ਰੋ ਰਹੀ ਸੀ। ਮੈਂ ਭੱਜ ਕੇ ਆਪਣੇ ਕਮਰੇ ਦੇ ਕੋਲ ਪਹੁੰਚੀ। ਅਗਲੇ ਹੀ ਪਲ ਮੇਰੀਆਂ ਚੀਕਾਂ ਬੁਲੰਦ ਹੋ ਗਈਆਂ। ਮੇਰੇ ਬੇਟੇ ਦਾ ਸਾਰਾ ਜਿਸਮ ਨੀਲਾ ਪੈ ਰਿਹਾ ਸੀ ਤੇ ਉਸ ਦੇ ਮੂੰਹ ਵਿੱਚੋਂ ਚਿੱਟੀ ਝੱਗ ਨਿਕਲ ਰਹੀ ਸੀ। ਮੇਰਾ ਪਤੀ ਉਸ ਨੂੰ ਚੁੱਕ ਕੇ ਡਾਕਟਰ ਦੇ ਕੋਲ ਲਿਜਾਣ ਹੀ ਲੱਗਾ ਸੀ ਕਿ ਮੇਰਾ ਬੇਟਾ ਉੱਥੇ ਹੀ ਦਮ ਤੋੜ ਗਿਆ। ਉਸ ਦੀਆਂ ਅੱਖਾਂ ਦੀਆਂ ਪੁਤਲੀਆਂ ਪਲਟ ਗਈਆਂ ਸੀ। 2 ਮਿੰਟ ਵਿੱਚ ਹੀ ਮੇਰੀ ਦੁਨੀਆ ਵੀਰਾਨ ਹੋ ਗਈ ਸੀ। ਮੇਰਾ ਬੇਟਾ ਮੈਨੂੰ ਛੱਡ ਕੇ ਇਸ ਦੁਨੀਆ ਵਿੱਚੋਂ ਜਾ ਚੁੱਕਿਆ ਸੀ। ਮੇਰੀ ਸਾਰੀ ਦੁਨੀਆ ਮੇਰਾ ਬੇਟਾ ਹੀ ਸੀ। ਉਸ ਦੀ ਇਸ ਤਰ੍ਹਾਂ ਅਚਾਨਕ ਮੌਤ ਨੇ ਮੈਨੂੰ ਪਾਗਲ ਬਣਾ ਦਿੱਤਾ ਸੀ। ਮੈਂ ਬਿਲਕੁਲ ਖਾਲੀ ਹੱਥ ਰਹਿ ਗਈ ਸੀ। ਸਾਡੇ ਘਰ ਦਾ ਰੌਲਾ ਸੁਣ ਕੇ ਸਾਡੇ ਆਂਢ ਗੁਆਂਢ ਵੀ ਸਾਡੇ ਘਰ ਆ ਗਏ ਸੀ ਅਤੇ ਅੱਗੇ ਦਾ ਮੰਜ਼ਰ ਦੇਖ ਕੇ ਉਹ ਸਭ ਵੀ ਬੁੱਤ ਬਣ ਕੇ ਖੜੇ ਰਹਿ ਗਏ। ਅਚਾਨਕ ਮੈਨੂੰ ਆਪਣੇ ਆਸ-ਪਾਸ ਘੁਟਣ ਦਾ ਅਹਿਸਾਸ ਹੋਇਆ ਤੇ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਆ ਗਿਆ। ਮੈਨੂੰ ਆਪਣੇ ਆਲੇ ਦੁਆਲੇ ਦੀਆਂ ਸਾਰੀਆਂ ਚੀਜ਼ਾਂ ਘੁੰਮਦੀਆਂ ਹੋਈਆਂ ਮਹਿਸੂਸ ਹੋਈਆਂ। ਅਗਲੇ ਹੀ ਪਲ ਮੈਂ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਈ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਖੁਦ ਨੂੰ ਆਪਣੇ ਕਮਰੇ ਵਿੱਚ ਪਾਇਆ। ਮੇਰਾ ਸਿਰ ਅਜੇ ਤੱਕ ਵੀ ਭਾਰੀ ਸੀ। ਮੈਂ ਨਾ ਸਮਝੀ ਨਾਲ ਇੱਧਰ ਉੱਧਰ ਦੇਖਿਆ ਤਾਂ ਮੇਰੀ ਨਜ਼ਰ ਮੇਰੇ ਬੇਟੇ ਦੀ ਮਈਅਤ 'ਤੇ ਪਈ। ਮੈਂ ਜਲਦੀ ਨਾਲ ਉੱਠ ਕੇ ਬਾਹਰ ਭੱਜੀ। ਸਵੇਰ ਹੋ ਚੁੱਕੀ ਸੀ। ਮੈਂ ਪੂਰੀ ਰਾਤ ਬੇਹੋਸ਼ ਹੋ ਰਹੀ ਸੀ। ਮੇਰੇ ਬੇਟੇ ਦਾ ਜਨਾਜ਼ਾ ਵਿਹੜੇ ਵਿੱਚ ਪਿਆ ਸੀ ਤੇ ਮੇਰੀ ਸੱਸ ਉਸ ਦੀ ਚਾਰਪਾਈ ਨਾਲ ਲੱਗ ਕੇ ਬੈਠੀ ਸੀ। ਉਹਨਾਂ ਦੀਆਂ ਅੱਖਾਂ ਦੇਖ ਕੇ ਲੱਗਦਾ ਸੀ ਜਿੱਦਾਂ ਉਹ ਸਾਰੀ ਰਾਤ ਰੋਂਦੀ ਰਹੀ ਹੋਵੇ। ਮੇਰਾ ਪਤੀ ਵੀ ਰੋ ਰਿਹਾ ਸੀ। ਮੈਂ ਜਿੱਦਾਂ ਹੀ ਜਨਾਜ਼ੇ ਦੇ ਕੋਲ ਪਹੁੰਚੀ ਤਾਂ ਮੁਹੱਲੇ ਦੀਆਂ ਔਰਤਾਂ ਇੱਕ ਦੂਜੇ ਨੂੰ ਦੇਖ ਕੇ ਕਹਿਣ ਲੱਗੀਆਂ, ਲਓ ਦੇਖ ਲਓ, ਹੋ ਗਈ ਮਹਾਰਾਣੀ ਦੀ ਸਵੇਰ। ਕਿੱਦਾਂ ਦੀ ਬੇਸ਼ਰਮ ਔਰਤ ਆ, ਬੇਟਾ ਮਰ ਚੁੱਕਿਆ ਤੇ ਇਹ ਆਪਣੀਆਂ ਨੀਂਦਾਂ ਪੂਰੀਆਂ ਕਰ ਰਹੀ ਸੀ। ਕੁਝ ਤਾਂ ਸ਼ਰਮ ਕਰੋ। ਤੇਰੀ ਬੁੱਢੀ ਸੱਸ ਕੱਲ ਸ਼ਾਮ ਤੋਂ ਮੰਜੇ ਨਾਲ ਲੱਗ ਕੇ ਬੈਠੀ ਆ, ਪਾਣੀ ਦਾ ਘੁੱਟ ਤੱਕ ਨਹੀਂ ਪੀਤਾ। ਫਿਰ ਵੀ ਉਸ ਨੂੰ ਤੇਰਾ ਹੀ ਖਿਆਲ ਰਿਹਾ ਕਿ ਤੈਨੂੰ ਜਗਾਇਆ ਨਾ ਜਾਵੇ, ਤੇਰੀ ਤਬੀਅਤ ਖਰਾਬ ਹੋ ਜਾਵੇਗੀ। ਅਤੇ ਇੱਕ ਤੂੰ ਹੋ ਪਹਿਲਾਂ ਤੋਂ ਹੀ ਬੇਟੇ ਨੂੰ ਮਾਰ ਦਿੱਤਾ, ਫਿਰ ਆਰਾਮ ਨਾਲ ਆਪਣੀਆਂ ਨੀਂਦਾਂ ਪੂਰੀਆਂ ਕਰਦੀ। ਮੈਂ ਹੈਰਾਨੀ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਹੀ ਸੀ। ਉਹ ਕਿੰਨੀ ਸਫਾਈ ਨਾਲ ਸਾਰਾ ਇਲਜ਼ਾਮ ਮੇਰੇ ਸਿਰ ਉੱਪਰ ਲਗਾ ਰਹੀਆਂ ਸੀ। ਭਲਾ ਇੱਕ ਮਾਂ ਇਦਾਂ ਕਰ ਸਕਦੀ ਆ? ਮੈਂ ਆਪਣੇ ਬੇਟੇ ਦੇ ਮੰਜੇ ਦੇ ਕੋਲ ਗਈ ਤਾਂ ਇੱਕਦਮ ਮੈਨੂੰ ਆਪਣੇ ਵਾਲਾਂ ਵਿੱਚ ਖਿਚਾਵਟ ਮਹਿਸੂਸ ਹੋਈ, ਜਿੱਦਾਂ ਕਿਸੇ ਨੇ ਬਹੁਤ ਬੇਦਰਦੀ ਨਾਲ ਮੇਰੇ ਵਾਲ ਮੁੱਠੀ ਵਿੱਚ ਫੜ ਕੇ ਆਪਣੇ ਵੱਲ ਖਿੱਚਿਆ ਹੋਵੇ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੀ ਸੱਸ ਮੇਰੇ ਵਾਲ ਮੁੱਠੀ ਵਿੱਚ ਫੜੀ ਖੜੀ ਸੀ। ਫਿਰ ਮੇਰੀ ਸੱਸ ਨੇ ਮੈਨੂੰ ਬਾਹਾਂ ਤੋਂ ਫੜ ਕੇ ਆਪਣੇ ਵੱਲ ਮੋੜਿਆ ਤੇ ਬਹੁਤ ਜ਼ੋਰ ਨਾਲ ਮੇਰੇ ਖਿੱਚ ਕੇ 2-4 ਥੱਪੜ ਮਾਰ ਦਿੱਤੇ। ਮੇਰਾ ਮੂੰਹ ਲਾਲ ਹੋ ਗਿਆ ਸੀ ਤੇ ਬੁੱਲ੍ਹ ਵੀ ਇੱਕ ਪਾਸਿਓਂ ਫਟ ਗਏ ਤੇ ਖੂਨ ਨਿਕਲਣ ਲੱਗ ਗਿਆ। ਮੇਰੀ ਸੱਸ ਕਹਿ ਰਹੀ ਸੀ ਕਿ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ, ਤੂੰ ਮੇਰੇ ਪੋਤੇ ਨੂੰ ਜਾਨ ਤੋਂ ਮਾਰਿਆ। ਜਦੋਂ ਤੋਂ ਸਾਡੇ ਘਰ ਆਈ ਆ ਸਾਡੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਆ। ਮੈਂ ਉਹਨਾਂ ਅੱਗੇ ਹੱਥ ਜੋੜ ਦਿੱਤੇ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ, ਮੇਰਾ ਤਾਂ ਬੇਟਾ ਸੀ। ਉਹਦੇ ਨਾਲ ਭਲਾ ਮੈਂ ਇਦਾਂ ਕਿਉਂ ਕਰਦੀ? ਮੇਰਾ ਇਕਲੌਤਾ ਬੇਟਾ ਸੀ। ਮੈਨੂੰ ਆਪਣੇ ਬੇਟੇ ਨੂੰ ਦੇਖਣ ਦਿਓ, ਇਦਾਂ ਨਾ ਕਰੋ। ਪਰ ਮੇਰੀ ਸੱਸ ਤੇ ਮੇਰੀ ਕਿਸੇ ਨੇ ਵੀ ਫਰਿਆਦ ਦਾ ਅਸਰ ਨਾ ਹੋਇਆ। ਉਹ ਮੈਨੂੰ ਬਾਂਹ ਤੋਂ ਫੜ ਕੇ ਦਰਵਾਜ਼ੇ ਦੇ ਕੋਲ ਲੈ ਗਈ ਤੇ ਧੱਕੇ ਦੇ ਕੇ ਘਰੋਂ ਬਾਹਰ ਕੱਢ ਦਿੱਤਾ। ਮੇਰੇ ਉੱਪਰ ਤਾਂ ਜ਼ੁਲਮਾਂ ਦਾ ਪਹਾੜ ਟੁੱਟ ਗਿਆ ਸੀ। ਮੇਰਾ ਪਤੀ ਬੁੱਤ ਬਣ ਕੇ ਸਭ ਕੁਝ ਦੇਖ ਰਿਹਾ ਸੀ। ਉਸ ਨੂੰ ਵੀ ਲੱਗਦਾ ਸੀ ਕਿ ਮੇਰੀ ਲਾਪਰਵਾਹੀ ਦੀ ਵਜ੍ਹਾ ਨਾਲ ਮੇਰੇ ਬੇਟੇ ਦੀ ਮੌਤ ਹੋ ਗਈ। ਮੈਂ ਦਰਵਾਜ਼ੇ ਦੇ ਕੋਲ ਲੱਗ ਕੇ ਕਿੰਨੀ ਦੇਰ ਖੜੀ ਰਹੀ ਤੇ ਦਰਵਾਜ਼ਾ ਖੜਕਾਉਂਦੀ ਰਹੀ, ਪਰ ਕਿਸੇ ਨੇ ਇੱਕ ਵਾਰ ਵੀ ਮੇਰੇ ਉੱਤੇ ਤਰਸ ਨਾ ਕੀਤਾ। ਉਹਨਾਂ ਦਾ ਦਿਲ ਤਾਂ ਜਿੱਦਾਂ ਪੱਥਰ ਦਾ ਹੋ ਗਿਆ ਸੀ। ਮੈਂ ਟੁੱਟੇ ਦਿਲ ਨਾਲ ਸੜਕ 'ਤੇ ਤੁਰਨ ਲੱਗ ਪਈ। ਮੇਰਾ ਹੋਰ ਕੋਈ ਟਿਕਾਣਾ ਨਹੀਂ ਸੀ। ਜਾਂਦੀ ਤਾਂ ਕਿੱਥੇ ਜਾਂਦੀ? ਅਚਾਨਕ ਮੈਨੂੰ ਇੱਕ ਔਰਤ ਦੀ ਪੁਕਾਰ ਸੁਣਾਈ ਦਿੱਤੀ ਜੋ ਆਪਣੀ ਮਦਦ ਦੇ ਲਈ ਪੁਕਾਰ ਰਹੀ ਸੀ। ਉਹ ਸੜਕ ਨੂੰ ਪਾਰ ਕਰਦੇ ਸਮੇਂ ਡਿੱਗ ਗਈ ਸੀ। ਮੈਂ ਭੱਜ ਕੇ ਉਸ ਔਰਤ ਦੇ ਕੋਲ ਗਈ। ਮੈਂ ਉਸ ਨੂੰ ਚੁੱਕ ਕੇ ਸਹਾਰਾ ਦਿੱਤਾ ਤੇ ਸੜਕ ਦੇ ਦੂਜੇ ਪਾਸੇ ਲੈ ਗਈ। ਸ਼ੁਕਰ ਹੈ ਕਿ ਉਸ ਨੂੰ ਕੋਈ ਸੱਟ ਨਹੀਂ ਲੱਗੀ ਸੀ, ਪਰ ਉਸ ਦੇ ਬੁੱਲ੍ਹ ਖੁਸ਼ਕ ਹੋ ਰਹੇ ਸੀ।
ਮੈਂ ਭੱਜ ਕੇ ਪਾਣੀ ਲੈ ਆਈ ਤੇ ਉਸ ਨੂੰ ਪਾਣੀ ਪਿਲਾਇਆ। ਪਾਣੀ ਪਿਲਾਉਣ ਦੇ ਸਮੇਂ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਰਹੇ ਸੀ। ਉਸ ਔਰਤ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ, ਬੇਟੀ ਰੋ ਕਿਉਂ ਰਹੀ ਆਂ? ਕੀ ਤੂੰ ਵੀ ਦੁਖੀ ਆਂ? ਮੈਂ ਉਸ ਦੀ ਗੱਲ 'ਤੇ ਚੌਂਕ ਕੇ ਇੱਧਰ ਉੱਧਰ ਦੇਖਿਆ। ਮੈਂ ਬੇਧਿਆਨੀ ਵਿੱਚ ਆਪਣੇ ਘਰ ਤੋਂ ਬਹੁਤ ਦੂਰ ਨਿਕਲ ਆਈ ਸੀ। ਉਸ ਔਰਤ ਨੇ ਕਿਹਾ, ਪਰਮਾਤਮਾ ਤੇਰਾ ਭਲਾ ਕਰੇਗਾ, ਤੇਰੀਆਂ ਸਾਰੀਆਂ ਮੁਸ਼ਕਲਾਂ ਆਸਾਨ ਕਰੇਗਾ। ਤੂੰ ਮੇਰੀ ਜਾਨ ਬਚਾਈ ਆ। ਤੇਰੀ ਨੇਕੀ ਦਾ ਫਲ ਤੈਨੂੰ ਰੱਬ ਜ਼ਰੂਰ ਦੇਵੇਗਾ। ਜਾ ਆਪਣੇ ਘਰ ਚਲੀ ਜਾ। ਮੈਂ ਕਿਹਾ, ਮੇਰਾ ਕੋਈ ਘਰ ਨਹੀਂ, ਮੈਂ ਬੇਆਸਰਾ ਹਾਂ। ਉਸ ਨੇ ਕਿਹਾ, ਤੂੰ ਬੇਆਸਰਾ ਨਹੀਂ ਆ, ਤੂੰ ਆਪਣੇ ਘਰ ਚਲੀ ਜਾ। ਤੇਰਾ ਪਤੀ ਤੇਰੀ ਰਾਹ ਦੇਖ ਰਿਹਾ। ਤੇਰੇ ਕੋਲ ਤਾਂ ਸਭ ਕੁਝ ਆ, ਕਿਉਂ ਸੜਕਾਂ 'ਤੇ ਖਾਕ ਛਾਣ ਰਹੀ ਆ? ਘਰ ਜਾ, ਉੱਥੇ ਤੈਨੂੰ ਇੱਦਾਂ ਦੀ ਖੁਸ਼ੀ ਮਿਲੇਗੀ ਕਿ ਤੂੰ ਹੈਰਾਨ ਰਹਿ ਜਾਵੇਂਗੀ। ਮੈਂ ਬੜੀ ਹੈਰਾਨ ਹੋ ਰਹੀ ਸੀ ਕਿ ਉਸ ਘਰ ਵਿੱਚ ਤਾਂ ਮੇਰੇ ਬੇਟੇ ਦਾ ਜਨਾਜ਼ਾ ਰੱਖਿਆ ਹੋਇਆ ਹੈ, ਉੱਥੇ ਮੈਨੂੰ ਕਿਹੜੀ ਖੁਸ਼ੀ ਮਿਲ ਸਕਦੀ ਆ? ਮੈਂ ਇਹ ਜਾਣਨ ਦੇ ਲਈ ਵਾਪਸ ਜਲਦੀ ਘਰ ਵੱਲ ਤੁਰ ਪਈ ਤੇ ਸੋਚਿਆ ਕਿ ਆਖਰ ਜਾ ਕੇ ਦੇਖਾਂ ਤਾਂ ਸਹੀ ਕਿਹੜੀ ਖੁਸ਼ੀ ਆ ਜੋ ਮੇਰਾ ਇੰਤਜ਼ਾਰ ਕਰ ਰਹੀ ਆ। ਸ਼ਾਇਦ ਮੇਰੀ ਸੱਸ ਨੂੰ ਮੇਰੇ ਉੱਪਰ ਰਹਿਮ ਆ ਜਾਵੇ ਤੇ ਮੈਨੂੰ ਮੇਰੇ ਬੇਟੇ ਦਾ ਆਖਰੀ ਦੀਦਾਰ ਕਰਨ ਦੇਵੇ। ਇੰਨੇ 'ਚ ਮੈਂ ਘਰ ਦੇ ਦਰਵਾਜ਼ੇ ਤੱਕ ਆ ਗਈ। ਮੈਂ ਤੇਜ਼ ਧੜਕਦੇ ਦਿਲ ਨਾਲ ਦਰਵਾਜ਼ਾ ਖਟਖਟਾਇਆ। ਅੱਗੇ ਜੋ ਮੰਜ਼ਰ ਮੈਨੂੰ ਦੇਖਣ ਨੂੰ ਮਿਲਿਆ, ਉਸ ਨੇ ਤਾਂ ਮੇਰੀ ਜਾਨ ਹੀ ਕੱਢ ਦਿੱਤੀ। ਮੇਰਾ ਪੂਰਾ ਸਰੀਰ ਕੰਬਣ ਲੱਗ ਪਿਆ। ਮੇਰਾ ਨਾਮ ਨੀਲਮ ਹੈ। ਮੈਂ ਪੰਜਾਬ ਵਿੱਚ ਰਹਿੰਦੀ ਹਾਂ ਤੇ ਮੈਂ ਇੱਕ ਅਮੀਰ ਪਰਿਵਾਰ ਨਾਲ ਤਾਲੁਕ ਰੱਖਦੀ ਹਾਂ। ਇਹ ਗੱਲ ਉਸ ਸਮੇਂ ਦੀ ਆ ਜਦੋਂ ਮੈਂ 21 ਸਾਲ ਦੀ ਸੀ ਤੇ ਸ਼ਹਿਰ ਵਿੱਚ ਮਹਿੰਗੇ ਕਾਲਜ 'ਚ ਪੜ੍ਹਦੀ ਸੀ। ਮੈਨੂੰ ਪੜ੍ਹਾਈ ਵਿੱਚ ਕੁਝ ਦਿਲਚਸਪੀ ਨਹੀਂ ਸੀ, ਪਰ ਪਿਤਾ ਜੀ ਦੇ ਸਖਤ ਰਵੱਈਏ ਦੇ ਕਰਕੇ ਪੜ੍ਹ ਰਹੀ ਸੀ। ਉਹ ਇੱਕ ਬਿਜ਼ਨਸਮੈਨ ਸੀ, ਪਰ ਉਹਨਾਂ ਦਾ ਰਵੱਈਆ ਸ਼ੁਰੂ ਤੋਂ ਸਖਤ ਸੀ। ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਉਹਨਾਂ ਨੂੰ ਕਦੇ ਵੀ ਮੁਸਕਰਾਉਂਦੇ ਨਹੀਂ ਦੇਖਿਆ ਸੀ। ਉਹ ਹਰ ਸਮੇਂ ਗੁੱਸੇ ਵਿੱਚ ਰਹਿੰਦੇ ਸੀ। ਇੱਦਾਂ ਨਹੀਂ ਸੀ ਕਿ ਇਸ ਦੀ ਕੋਈ ਵਜ੍ਹਾ ਸੀ। ਉਹਨਾਂ ਦਾ ਰਵੱਈਆ ਕੁਦਰਤੀ ਹੀ ਇੱਦਾਂ ਦਾ ਸੀ। ਗੁੱਸਾ ਉਹਨਾਂ ਦੀ ਫਿਤਰਤ ਵਿੱਚ ਸੀ। ਮੈਂ ਉਹਨਾਂ ਦੀ ਇਕਲੌਤੀ ਔਲਾਦ ਸੀ, ਪਰ ਫਿਰ ਵੀ ਉਹਨਾਂ ਨੇ ਮੇਰੇ ਨਾਲ ਕਦੇ ਵੀ ਪਿਆਰ ਨਾਲ ਗੱਲ ਨਹੀਂ ਕੀਤੀ। ਮੈਂ ਅਤੇ ਮੇਰੀ ਮਾਂ ਹਮੇਸ਼ਾ ਕਦਮ ਫੂਕ ਕੇ ਚੱਲਦੇ ਸੀ ਤੇ ਇਸ ਗੱਲ ਦਾ ਧਿਆਨ ਰੱਖਦੇ ਸੀ ਕਿ ਕਿਤੇ ਕੋਈ ਗੱਲ ਉਹਨਾਂ ਦੀ ਮਰਜ਼ੀ ਦੇ ਖਿਲਾਫ ਨਾ ਹੋ ਜਾਵੇ। ਮੇਰੀ ਮਾਂ ਵੀ ਮੇਰੇ ਪਿਤਾ ਜੀ ਤੋਂ ਤੰਗ ਸੀ। ਹੱਦ ਤੋਂ ਜ਼ਿਆਦਾ ਸਖਤੀ ਵੀ ਇਨਸਾਨ ਨੂੰ ਬਾਗੀ ਬਣਾ ਦਿੰਦੀ ਆ। ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੋਇਆ ਸੀ। ਮੇਰੇ ਪਾਪਾ ਦੇ ਰਵੱਈਏ ਨੇ ਮੈਨੂੰ ਆਪਣੇ ਘਰ ਵਾਲਿਆਂ ਤੋਂ ਦੂਰ ਕਰ ਦਿੱਤਾ ਸੀ। ਇੱਕ ਦਿਨ ਜਦੋਂ ਮੈਂ ਕਾਲਜ ਤੋਂ ਘਰ ਆਈ ਤਾਂ ਮੇਰੇ ਪਾਪਾ ਦੇ ਬਿਜ਼ਨਸ ਪਾਰਟਨਰ ਆਪਣੀ ਫੈਮਿਲੀ ਦੇ ਨਾਲ ਸਾਡੇ ਡਰਾਇੰਗ ਰੂਮ 'ਚ ਬੈਠੇ ਹੋਏ ਸੀ। ਮੇਰੇ ਪਾਪਾ ਦੇ ਬਿਜ਼ਨਸ ਪਾਰਟਨਰ ਅਕਸਰ ਸਾਡੇ ਘਰ ਆ ਜਾਂਦੇ ਸੀ। ਮੈਂ ਖਾਣਾ ਖਾਧਾ ਤੇ ਸੌਂ ਗਈ। ਸ਼ਾਮ ਨੂੰ ਸੌਂ ਕੇ ਉੱਠੀ ਤਾਂ ਮੇਰੀ ਮਾਂ ਨੇ ਦੱਸਿਆ ਕਿ ਤੇਰੇ ਪਾਪਾ ਨੇ ਵਿਆਹ ਆਪਣੇ ਬਿਜ਼ਨਸ ਪਾਰਟਨਰ ਦੇ ਬੇਟੇ ਰਾਹੁਲ ਨਾਲ ਤੇਰਾ ਤੈਅ ਕਰ ਦਿੱਤਾ। ਅਗਲੇ ਕੁਝ ਕੁ ਦਿਨਾਂ ਵਿੱਚ ਤੇਰੀ ਮੰਗਣੀ ਹੋਣ ਵਾਲੀ ਆ ਤੇ ਉਸ ਤੋਂ ਬਾਅਦ ਵਿਆਹ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਦਾਂ ਲੱਗਾ ਕਿ ਕਿਸੇ ਨੇ ਮੇਰੀ ਰੂਹ ਕੱਢ ਦਿੱਤੀ ਹੋਵੇ। ਮੈਂ ਮਾਂ ਨਾਲ ਇਸ ਦਾ ਵਿਰੋਧ ਕੀਤਾ ਤਾਂ ਮਾਂ ਨੇ ਕਿਹਾ, ਖਬਰਦਾਰ ਕੋਈ ਉਲਟੀ ਸਿੱਧੀ ਹਰਕਤ ਕੀਤੀ ਤਾਂ ਆਪਣੇ ਬਾਪ ਦੇ ਗੁੱਸੇ ਦਾ ਪਤਾ ਹੀ ਆ ਤੈਨੂੰ। ਇਸ ਕਰਕੇ ਕੋਈ ਵੀ ਹੰਗਾਮਾ ਕਰਕੇ ਆਪਣੇ ਅਤੇ ਮੇਰੇ ਲਈ ਕੋਈ ਮੁਸ਼ਕਲ ਨਾ ਵਧਾ ਦੇਣਾ। ਮੈਂ ਗੁੱਸੇ ਨਾਲ ਆਪਣੇ ਕਮਰੇ ਵਿੱਚ ਚਲੀ ਗਈ ਤੇ ਆਪਣਾ ਫੋਨ ਲੈ ਕੇ ਤੁਰੰਤ ਵਿਸ਼ਾਲ ਨੂੰ ਫੋਨ ਮਿਲਾਇਆ। ਰੋ ਕੇ ਉਸ ਨੂੰ ਸਾਰੀ ਕਹਾਣੀ ਦੱਸੀ ਕਿ ਮੇਰੇ ਪਾਪਾ ਜ਼ਬਰਦਸਤੀ ਮੇਰਾ ਵਿਆਹ ਆਪਣੇ ਬਿਜ਼ਨਸ ਪਾਰਟਨਰ ਦੇ ਲੜਕੇ ਨਾਲ ਕਰ ਰਹੇ ਆ, ਪਰ ਮੈਂ ਤੇਰੇ ਤੋਂ ਇਲਾਵਾ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਵਿਸ਼ਾਲ ਨੇ ਮੈਨੂੰ ਕਿਹਾ ਕਿ ਤੂੰ ਫਿਕਰ ਨਾ ਕਰ, ਮੈਂ ਜਲਦੀ ਹੀ ਕੁਝ ਕਰਦਾ। ਮੈਂ ਬਹੁਤ ਪਰੇਸ਼ਾਨ ਸੀ। ਦਰਅਸਲ ਮੈਂ ਆਪਣੇ ਕਲਾਸਮੇਟ ਵਿਸ਼ਾਲ ਨਾਲ ਪਿਆਰ ਕਰਦੀ ਸੀ। ਵਿਸ਼ਾਲ ਇੱਕ ਮਿਡਲ ਕਲਾਸ ਫੈਮਿਲੀ ਤੋਂ ਸੀ, ਪਰ ਮੈਂ ਉਸ ਦੇ ਲਈ ਕੁਝ ਵੀ ਕਰ ਸਕਦੀ ਸੀ। ਉਹ ਬਹੁਤ ਚੰਗਾ ਇਨਸਾਨ ਸੀ। ਉਸ ਦੇ ਘਰ ਸਿਰਫ ਉਸ ਦੀ ਮਾਂ ਤੇ ਉਹ ਰਹਿੰਦੇ ਸੀ। ਉਹਦੀ ਵੱਡੀ ਭੈਣ ਦਾ ਵਿਆਹ ਬਹੁਤ ਪਹਿਲਾਂ ਹੀ ਹੋ ਚੁੱਕਿਆ ਸੀ। ਪਿਤਾ ਜੀ ਪਹਿਲਾਂ ਹੀ ਗੁਜ਼ਰ ਗਏ ਸੀ। ਵਿਸ਼ਾਲ ਦੇ ਪਿਤਾ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਜਿਸ ਨੂੰ ਹੁਣ ਵਿਸ਼ਾਲ ਨੇ ਸੰਭਾਲਿਆ ਸੀ, ਪਰ ਮੈਨੂੰ ਕਿਸੇ ਵੀ ਗੱਲ ਤੋਂ ਇਤਰਾਜ਼ ਨਹੀਂ ਸੀ। ਮੈਂ ਕਦੇ ਵੀ ਆਪਣੇ ਪੈਸਿਆਂ ਦਾ ਗਰੂਰ ਨਹੀਂ ਕੀਤਾ ਸੀ। ਮੈਨੂੰ ਤਾਂ ਬਸ ਵਿਸ਼ਾਲ ਦਾ ਸਾਥ ਚਾਹੀਦਾ ਸੀ। ਵਿਸ਼ਾਲ ਦੇ ਨਾਲ ਮੈਂ ਥੋੜ੍ਹੇ 'ਚ ਹੀ ਗੁਜ਼ਾਰਾ ਕਰ ਲੈਂਦੀ। ਦਿਨ ਗੁਜ਼ਰਦੇ ਗਏ। ਮੇਰੇ ਵਿਆਹ ਦੇ ਨਜ਼ਦੀਕ ਆ ਰਹੇ ਸੀ। ਅਗਲੇ ਹੀ ਦਿਨ ਵਿਸ਼ਾਲ ਅਤੇ ਉਸ ਦੀ ਮਾਂ ਸਾਡੇ ਘਰ ਰਿਸ਼ਤਾ ਲੈ ਕੇ ਆਏ, ਪਰ ਮੇਰੇ ਪਾਪਾ ਨੇ ਉਹਨਾਂ ਨੂੰ ਬੇਇੱਜ਼ਤ ਕਰਕੇ ਘਰੋਂ ਕੱਢ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਮੇਰਾ ਕਾਲਜ ਜਾਣਾ ਵੀ ਬੰਦ ਕਰ ਦਿੱਤਾ। ਮੇਰੇ ਕੋਲੋਂ ਮੋਬਾਈਲ ਵੀ ਖੋਹ ਲਿਆ। ਮੈਂ ਬਹੁਤ ਜ਼ਿਆਦਾ ਮੁਸ਼ਕਲ ਵਿੱਚ ਸੀ ਕਿ ਹੁਣ ਕੀ ਕਰਾਂ। ਵਿਆਹ ਵਾਲਾ ਦਿਨ ਆ ਗਿਆ। ਵਿਆਹ ਵਾਲੇ ਦਿਨ ਮੈਂ ਤਿਆਰ ਹੋਣ ਲਈ ਪਾਰਲਰ ਜਾਣਾ ਸੀ। ਮੇਰੀ ਮਾਂ ਨੇ ਮੇਰੀ ਸਹੇਲੀ ਨੂੰ ਮੇਰੇ ਨਾਲ ਭੇਜਦੇ ਹੋਏ ਕਿਹਾ, ਟਾਈਮ ਨਾਲ ਘਰ ਵਾਪਸ ਆ ਜਾਣਾ। ਮੈਂ ਸਹਿਮਤੀ ਵਿੱਚ ਸਿਰ ਹਿਲਾ ਦਿੱਤਾ। ਅਸੀਂ ਗੱਡੀ 'ਚ ਬੈਠੀਆਂ ਤੇ ਪਾਰਲਰ ਜਾਣ ਦੇ ਲਈ ਨਿਕਲ ਗਈਆਂ। ਮੈਂ ਜਲਦੀ ਨਾਲ ਆਪਣੀ ਸਹੇਲੀ ਦੇ ਹੱਥੋਂ ਮੋਬਾਈਲ ਖੋਹਿਆ ਤੇ ਤੁਰੰਤ ਵਿਸ਼ਾਲ ਨੂੰ ਫੋਨ ਕੀਤਾ।
ਵਿਸ਼ਾਲ ਨੇ ਪਹਿਲਾਂ ਤਾਂ ਬਹੁਤ ਨਾਰਾਜ਼ਗੀ ਜਤਾਈ ਕਿ ਤੇਰੇ ਪਾਪਾ ਨੇ ਸਾਡੇ ਨਾਲ ਚੰਗਾ ਨਹੀਂ ਕੀਤਾ, ਉਹਨਾਂ ਨੂੰ ਮੇਰੀ ਮਾਂ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੀ, ਪਰ ਫਿਰ ਵੀ ਮੈਂ ਤੇਰੀ ਖਾਤਰ ਸਭ ਕੁਝ ਭੁਲਾ ਦਿੱਤਾ। ਚਲੋ ਹੁਣ ਮੈਨੂੰ ਇਹ ਦੱਸੋ ਕਿ ਮੈਂ ਕੀ ਕਰਾਂ। ਮੈਂ ਵਿਸ਼ਾਲ ਨੂੰ ਕਿਹਾ, ਸਾਡੇ ਕੋਲੋਂ ਇੱਕ ਹੀ ਰਸਤਾ ਹੈ ਕਿ ਅਸੀਂ ਭੱਜ ਕੇ ਵਿਆਹ ਕਰਵਾ ਲਈਏ। ਵਿਸ਼ਾਲ ਨੇ ਕਿਹਾ, ਇੱਦਾਂ ਕਰਨਾ ਠੀਕ ਹੋਵੇਗਾ। ਮੈਂ ਕਿਹਾ, ਹੌਲੀ ਹੌਲੀ ਸਭ ਠੀਕ ਹੋ ਜਾਵੇਗਾ। ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਹਾਂ, ਉਹ ਆਪੇ ਸਭ ਕੁਝ ਭੁੱਲ ਕੇ ਮੈਨੂੰ ਅਪਣਾ ਲੈਣਗੇ। ਮੈਂ ਜਾਣਦੀ ਹਾਂ ਕਿ ਇਹ ਗਲਤ ਆ, ਪਰ ਮੈਂ ਮਜਬੂਰ ਹਾਂ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਮੈਂ ਵਿਸ਼ਾਲ ਨੂੰ ਦੱਸਿਆ ਕਿ ਮੈਂ ਪਾਰਲਰ ਜਾ ਰਹੀ ਹਾਂ ਤੇ ਉੱਥੇ ਆ ਜਾਣਾ। ਵਿਸ਼ਾਲ ਨੇ ਕਿਹਾ, ਠੀਕ ਆ, ਮੈਂ ਪਾਰਲਰ ਆ ਜਾਂਦਾ। ਮੈਂ ਡਰਾਈਵਰ ਨੂੰ ਬਹਾਨਾ ਲਗਾ ਕੇ ਕਿਹਾ, ਮੇਰਾ ਸੂਟ ਘਰ ਹੀ ਰਹਿ ਗਿਆ, ਤੁਸੀਂ ਮੈਨੂੰ ਉਹ ਲਿਆ ਕੇ ਦੇ ਦਿਓ। ਡਰਾਈਵਰ ਘਰ ਨੂੰ ਚਲਾ ਗਿਆ ਤੇ ਵਿਸ਼ਾਲ ਮੇਰੇ ਕੋਲ ਆ ਗਿਆ। ਮੈਂ ਆਪਣੀ ਦੋਸਤ ਨੂੰ ਸਭ ਕੁਝ ਸਮਝਾ ਦਿੱਤਾ ਸੀ ਤੇ ਉਸ ਤੋਂ ਬਾਅਦ ਮੈਂ ਵਿਸ਼ਾਲ ਦੇ ਨਾਲ ਚਲੀ ਗਈ। ਅਸੀਂ ਮੰਦਿਰ ਵਿੱਚ ਜਾ ਕੇ ਵਿਆਹ ਕੀਤਾ ਤੇ ਫਿਰ ਉਹ ਮੈਨੂੰ ਆਪਣੇ ਘਰ ਲੈ ਗਿਆ। ਮੈਂ ਇਹ ਨਹੀਂ ਜਾਣਦੀ ਸੀ ਕਿ ਮੈਨੂੰ ਇਹ ਕਦਮ ਚੁੱਕ ਕੇ ਕਿੰਨੀ ਕੁ ਵੱਡੀ ਗਲਤੀ ਕੀਤੀ ਆ। ਦੂਜੇ ਪਾਸੇ ਜਿੱਦਾਂ ਮੇਰੇ ਮਾਂ-ਬਾਪ ਨੂੰ ਮੇਰੇ ਲਾਪਤਾ ਹੋਣ ਦੀ ਖਬਰ ਮਿਲੀ ਤਾਂ ਉਹਨਾਂ ਨੇ ਸਿਰ ਤੇ ਅਸਮਾਨ ਟੁੱਟ ਗਿਆ। ਉਹਨਾਂ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਕਿ ਮੈਂ ਅਜਿਹਾ ਕੁਝ ਕਰਾਂਗੀ। ਮੇਰੇ ਘਰ ਤਾਂ ਕਿਆਮਤ ਆ ਗਈ ਸੀ। ਮੇਰੇ ਪਾਪਾ ਤਾਂ ਉਸੇ ਸਮੇਂ ਮੈਨੂੰ ਜਾਨੋਂ ਮਾਰਨ ਲਈ ਨਿਕਲੇ, ਪਰ ਮਾਂ ਨੇ ਉਹਨਾਂ ਦੇ ਪੈਰ ਫੜ ਕੇ ਕਿਹਾ, ਇੰਨਾ ਗੁੱਸਾ ਨਾ ਕਰੋ, ਉਹ ਸਾਡੀ ਇਕਲੌਤੀ ਧੀ ਆ, ਭਲਾ ਹੀ ਤੁਸੀਂ ਉਸ ਨੂੰ ਮਾਫ਼ ਨਾ ਕਰੋ, ਪਰ ਉਸ ਦੀ ਜਾਨ ਬਖਸ਼ ਦਿਓ, ਉਸ ਨੂੰ ਜਾਨੋਂ ਨਾ ਮਾਰਨਾ। ਮਾਂ ਦੀਆਂ ਲੱਖ ਕਸਮਾਂ ਤੇ ਪਾਪਾ ਕਿਸੇ ਤਰ੍ਹਾਂ ਮੰਨ ਗਏ। ਮੈਨੂੰ ਵਿਸ਼ਾਲ ਦੇ ਘਰ ਆਇਆਂ ਨੂੰ 1 ਹਫ਼ਤਾ ਗੁਜ਼ਰ ਗਿਆ ਸੀ, ਪਰ ਮੇਰੇ ਪੇਕੇ ਘਰ ਖਾਮੋਸ਼ੀ ਸੀ ਤੇ ਮੈਂ ਇਹ ਨਾ ਸਮਝ ਸਕੀ ਕਿ ਤੂਫਾਨ ਆਉਣ ਤੋਂ ਪਹਿਲਾਂ ਹਰ ਪਾਸੇ ਖਾਮੋਸ਼ੀ ਹੁੰਦੀ ਆ। ਮੈਂ ਆਪਣੇ ਸਹੁਰੇ ਘਰ ਸਕੂਨ ਦੀ ਜ਼ਿੰਦਗੀ ਬਤੀਤ ਕਰ ਰਹੀ ਸੀ। ਮੇਰੀ ਸੱਸ ਬਹੁਤ ਚੰਗੀ ਸੀ, ਉਹ ਮੈਨੂੰ ਆਪਣੀ ਬੇਟੀ ਦੀ ਤਰ੍ਹਾਂ ਪਿਆਰ ਕਰਦੀ ਸੀ। ਮੈਂ ਆਪਣੀ ਪੜ੍ਹਾਈ ਛੱਡ ਦਿੱਤੀ ਸੀ। ਮੈਂ ਤਾਂ ਕਿਹਾ, ਚਲੋ ਸ਼ੁਕਰ ਹੋਇਆ ਮੇਰੀ ਜਾਨ ਛੁੱਟੀ ਪੜ੍ਹਾਈ ਵੱਲੋਂ, ਪਰ ਵਿਸ਼ਾਲ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਤੇ ਨਾਲ ਉਹ ਆਪਣਾ ਕੰਮ ਵੀ ਕਰਦੇ ਸੀ। ਉਹ ਸਵੇਰੇ ਸਵੇਰੇ ਕਾਲਜ ਜਾਂਦਾ ਤੇ ਬਾਅਦ ਵਿੱਚ ਆਪਣਾ ਕੰਮ ਕਰਦੇ। ਮੇਰੀ ਸੱਸ ਸਿਲਾਈ ਕਰਦੀ ਸੀ, ਮੈਂ ਵੀ ਉਹਨਾਂ ਦੇ ਨਾਲ ਰਹਿੰਦੇ ਸਿਲਾਈ ਦਾ ਕੰਮ ਸਿੱਖ ਲਿਆ ਸੀ। ਮੇਰੇ ਸਹੁਰਿਆਂ ਦੇ ਘਰ ਦੇ ਹਾਲਤ ਬਹੁਤ ਚੰਗੇ ਨਹੀਂ ਸੀ। ਸ਼ੁਰੂ ਵਿੱਚ ਮੈਨੂੰ ਕਾਫੀ ਪਰੇਸ਼ਾਨੀ ਹੋਈ, ਪਰ ਹੌਲੀ ਹੌਲੀ ਮੈਂ ਇੱਥੇ ਐਡਜਸਟ ਹੋ ਗਈ। ਇਸੇ ਤਰ੍ਹਾਂ ਸਾਡੇ ਵਿਆਹ ਨੂੰ 3 ਸਾਲ ਗੁਜ਼ਰ ਗਏ। ਉਸ ਪ੍ਰਮਾਤਮਾ ਦੀ ਮਿਹਰ ਸਦਕਾ ਮੇਰੇ ਇੱਕ ਬੇਟਾ ਵੀ ਹੋਇਆ। ਬੇਟੇ ਦੇ ਪੈਦਾ ਹੋਣ ਤੋਂ ਬਾਅਦ ਘਰ ਦੇ ਖਰਚੇ ਵੀ ਵੱਧ ਗਏ। ਹੁਣ ਮੇਰੀ ਸੱਸ ਦਾ ਰਵੱਈਆ ਵੀ ਮੇਰੇ ਨਾਲ ਕੁਝ ਅਜੀਬ ਜਿਹਾ ਹੋ ਰਿਹਾ ਸੀ। ਉਹ ਵਾਰ-ਵਾਰ ਮੈਨੂੰ ਕਹਿੰਦੀ ਰਹਿੰਦੀ ਕਿ ਹੁਣ ਤੈਨੂੰ ਆਪਣੇ ਮਾਂ-ਬਾਪ ਨੂੰ ਮਿਲਣ ਚਲੇ ਜਾਣਾ ਚਾਹੀਦਾ, ਉਹ ਤੈਨੂੰ ਯਾਦ ਕਰਦੇ ਹੋਣੇ ਆ। ਹੁਣ ਤੱਕ ਤਾਂ ਉਹਨਾਂ ਨੇ ਤੈਨੂੰ ਮਾਫ਼ ਵੀ ਕਰ ਦਿੱਤਾ ਹੋਣਾ। ਤੇਰੇ ਬਾਪ ਦਾ ਐਡਾ ਵੱਡਾ ਬਿਜ਼ਨਸ ਆ, ਆਖਰ ਉਸ ਨੂੰ ਸੰਭਾਲੂਗਾ ਕੌਣ? ਪਰ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਮਾਂ-ਬਾਪ ਦੇ ਗੁੱਸੇ ਦਾ ਸਾਹਮਣਾ ਕਰ ਪਾਉਂਦੀ। ਮੁਮਕਿਨ ਜਿਹੀ ਗੱਲ ਸੀ ਕਿ ਉਹ ਤਾਂ ਮੈਨੂੰ ਦੇਖਦੇ ਹੀ ਗੋਲੀ ਮਾਰ ਦੇਣਗੇ। ਮੈਂ ਹਰ ਵਾਰ ਆਪਣੀ ਸੱਸ ਨੂੰ ਕਿਸੇ ਨਾ ਕਿਸੇ ਬਹਾਨੇ ਟਾਲ ਦਿੰਦੀ ਸੀ। ਵਿਸ਼ਾਲ ਦਾ ਰਵੱਈਆ ਵੀ ਉਹਨਾਂ ਦਿਨਾਂ ਵਿੱਚ ਤਬਦੀਲ ਹੁੰਦਾ ਜਾ ਰਿਹਾ ਸੀ। ਮੈਂ ਉਹਨਾਂ ਨੂੰ ਪੁੱਛਣ ਦਾ ਇਰਾਦਾ ਕੀਤਾ, ਫਿਰ ਖੁਦ ਹੀ ਸੋਚਿਆ ਕਿ ਹੋ ਸਕਦਾ ਕਿ ਕੰਮ ਜ਼ਿਆਦਾ ਹੋਵੇ, ਜਿਸ ਕਰਕੇ ਪਰੇਸ਼ਾਨ ਰਹਿੰਦੇ ਹਨ। ਉਸ ਦਿਨ ਵੀ ਰੋਜ਼ ਦੀ ਤਰ੍ਹਾਂ ਮੇਰਾ ਪਤੀ ਨਾਸ਼ਤਾ ਕਰਕੇ ਚਲੇ ਗਏ। ਮਗਰੋਂ ਮੈਂ ਘਰ ਦੇ ਕੰਮ ਨਿਬੇੜ ਤੇ ਸਕੂਨ ਨਾਲ ਵਿਹਲੀ ਹੋ ਕੇ ਬੈਠ ਗਈ, ਕਿਉਂਕਿ ਹੁਣ ਮੇਰੇ ਪਤੀ ਨੇ ਰਾਤ ਨੂੰ ਹੀ ਆਉਣਾ ਸੀ। ਉਹ ਦਿਨ ਮੇਰੀ ਸੱਸ ਨੇ ਰਸੋਈ ਵਿੱਚ ਜਾ ਕੇ ਖਾਣਾ ਬਣਾਇਆ। ਉਹਨਾਂ ਨੇ ਹੀ ਮੈਨੂੰ ਕਿਹਾ ਕਿ ਤੂੰ ਜਾ ਕੇ ਮੋਹਿਤ ਨੂੰ ਦੁੱਧ ਪਿਲਾ ਦੇ। ਮੋਹਿਤ ਕੱਲ੍ਹ ਰਾਤ ਦਾ ਬਿਮਾਰ ਸੀ। ਮੈਂ ਕਮਰੇ ਵਿੱਚ ਆ ਕੇ ਆਪਣੇ ਬੱਚੇ ਦੇ ਨਾਲ ਲੇਟ ਗਈ। ਅਜੇ ਕੁਝ ਵੀ ਦੇਰ ਗੁਜ਼ਰੀ ਸੀ ਕਿ ਦਰਵਾਜ਼ੇ ਤੇ ਦਸਤਕ ਹੋਈ ਤੇ ਨਾਲ ਹੀ ਮੇਰੇ ਪਤੀ ਦੇ ਮੋਟਰਸਾਈਕਲ ਦੀ ਆਵਾਜ਼ ਸੁਣਾਈ ਦਿੱਤੀ। ਮੈਨੂੰ ਬਹੁਤ ਹੈਰਾਨੀ ਹੋਈ ਕਿ ਅੱਜ ਇੰਨੀ ਜਲਦੀ ਆ ਗਏ। ਮੈਂ ਜਲਦੀ ਨਾਲ ਜਾ ਕੇ ਦਰਵਾਜ਼ਾ ਖੋਲ੍ਹਿਆ। ਇੰਨੇ 'ਚ ਮੇਰੀ ਸੱਸ ਵੀ ਬਾਹਰ ਆ ਗਈ ਤੇ ਤਖਤ-ਪੋਸ਼ 'ਤੇ ਬੈਠ ਗਈ। ਉਹਨਾਂ ਨੇ ਮੇਰੇ ਪਤੀ ਨੂੰ ਜਲਦੀ ਆਉਣ ਦੀ ਵਜ੍ਹਾ ਪੁੱਛੀ ਤਾਂ ਉਹਨਾਂ ਨੇ ਕਿਹਾ, ਅੱਜ ਕੁਝ ਜ਼ਿਆਦਾ ਕੰਮ ਨਹੀਂ ਸੀ, ਇਸ ਕਰਕੇ ਮੈਂ ਜਲਦੀ ਆ ਗਿਆ। ਮੈਂ ਆਪਣੇ ਬੇਟੇ ਮੋਹਿਤ ਨੂੰ ਦੁੱਧ ਪਿਲਾ ਕੇ ਵਿਸ਼ਾਲ ਦੇ ਲਈ ਖਾਣਾ ਲੈਣ ਗਈ, ਪਰ ਜਦੋਂ ਮੈਂ ਵਾਪਸ ਆਈ ਤਾਂ ਮੇਰਾ ਬੇਟਾ ਮੋਹਿਤ ਮਰ ਚੁੱਕਿਆ ਸੀ। ਮੈਂ ਇਹ ਮੰਜ਼ਰ ਦੇਖ ਨਾ ਪਾਈ ਤੇ ਬੇਹੋਸ਼ ਹੋ ਗਈ। ਜਦੋਂ ਹੋਸ਼ ਆਇਆ ਤਾਂ ਉਦੋਂ ਸਵੇਰ ਹੋ ਗਈ ਸੀ। ਮੈਂ ਆਪਣੇ ਬੇਟੇ ਦੇ ਜਨਾਜ਼ੇ ਦੇ ਕੋਲ ਜਾਣਾ ਚਾਹਿਆ ਤਾਂ ਮੇਰੀ ਸੱਸ ਨੇ ਮੈਨੂੰ ਕਿਹਾ, ਤੂੰ ਕਾਤਲ ਆਂ, ਤੇ ਧੱਕੇ ਦੇ ਕੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਸੜਕ ਤੇ ਚੱਲਦੀ ਜਾ ਰਹੀ ਸੀ ਜਦੋਂ ਇੱਕ ਔਰਤ ਸੜਕ ਤੇ ਡਿੱਗ ਗਈ। ਉਸ ਨੂੰ ਮਦਦ ਦੀ ਜ਼ਰੂਰਤ ਸੀ। ਮੈਂ ਉਸ ਦੀ ਮਦਦ ਕੀਤੀ ਤਾਂ ਉਸਨੇ ਮੈਨੂੰ ਘਰ ਜਾਣ ਦਾ ਕਿਹਾ ਤੇ ਨਾਲ ਹੀ ਇਹ ਕਿਹਾ ਕਿ ਤੈਨੂੰ ਘਰ ਜਾ ਕੇ ਇਦਾਂ ਦੀ ਖੁਸ਼ੀ ਮਿਲੂਗੀ ਜਿਸ ਦੀ ਤੂੰ ਕਦੀ ਤਮੰਨਾ ਵੀ ਨਹੀਂ ਕੀਤੀ ਹੋਣੀ। ਮੈਂ ਜਦੋਂ ਘਰ ਵਾਪਸ ਪਹੁੰਚੀ, ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਤਾਂ ਮੇਰੇ ਹੋਸ਼ ਉੱਡ ਗਏ। ਮੇਰੇ ਬੇਟੇ ਦੀ ਲਾਸ਼ ਸਾਹਮਣੇ ਨਹੀਂ ਪਈ ਸੀ, ਉਹ ਤਾਂ ਮੰਜੇ ਤੇ ਲੇਟ ਕੇ ਖੇਲ ਰਿਹਾ ਸੀ। ਮੁਹੱਲੇ ਵਾਲੇ ਵੀ ਹੁਣ ਇੱਥੇ ਮੌਜੂਦ ਨਹੀਂ ਸੀ। ਮੈਂ ਬੜੀ ਹੈਰਾਨ ਹੋਈ ਕਿ ਇਹ ਸਭ ਕੀ ਹੋਇਆ।
ਅਜੇ ਕੁਝ ਦੇਰ ਪਹਿਲਾਂ ਤਾਂ ਇੱਥੇ ਮਾਤਮ ਸੀ, ਫਿਰ ਇਹ ਸਭ ਕੀ ਆ? ਮੇਰਾ ਬੇਟਾ ਵਾਪਸ ਜਿੰਦਾ ਕਿੱਦਾਂ ਹੋ ਗਿਆ? ਮੇਰੀ ਸੱਸ ਤੇ ਮੇਰਾ ਪਤੀ ਮੈਨੂੰ ਕਿਤੇ ਵੀ ਨਜ਼ਰ ਨਹੀਂ ਆ ਰਹੇ। ਮੈਂ ਆਪਣੇ ਬੇਟੇ ਨੂੰ ਭੱਜ ਕੇ ਚੁੱਕਿਆ ਤੇ ਪਿਆਰ ਕੀਤਾ। ਉਦੋਂ ਹੀ ਮੈਨੂੰ ਆਪਣੀ ਸੱਸ ਦੇ ਕਮਰੇ ਵਿੱਚੋਂ ਗੱਲਾਂ ਦੀ ਆਵਾਜ਼ ਆਈ। ਅੰਦਰੋਂ ਆਉਣ ਵਾਲੀਆਂ ਆਵਾਜ਼ਾਂ ਸੁਣ ਕੇ ਮੇਰੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਨੂੰ ਉਹ ਸੜਕ ਵਾਲੀ ਔਰਤ ਦੀ ਗੱਲ ਸੱਚ ਲੱਗਣ ਲੱਗ ਪਈ। ਮੇਰੇ ਨੱਕ ਦੇ ਥੱਲੇ ਇੰਨੀ ਵੱਡੀ ਸਾਜ਼ਿਸ਼ ਰਚਾਈ ਗਈ, ਪਰ ਮੈਨੂੰ ਕੰਨੋ ਕੰਨੀ ਖਬਰ ਨਾ ਹੋਈ। ਮੈਨੂੰ ਆਪਣੀ ਘੱਟ ਅਕਲ 'ਤੇ ਗੁੱਸਾ ਆ ਰਿਹਾ ਸੀ। ਮੈਂ ਕਿੱਦਾਂ ਇੱਕ ਸ਼ਖਸ ਨੂੰ ਇੰਨਾ ਵੱਡਾ ਮੌਕਾ ਦੇ ਦਿੱਤਾ ਕਿ ਉਹ ਆ ਕੇ ਮੇਰੀ ਜ਼ਿੰਦਗੀ ਨਾਲ ਖੇਡ ਗਿਆ। ਮੇਰੀ ਸੱਸ ਮੇਰੇ ਪਤੀ ਨੂੰ ਕਹਿ ਰਹੀ ਸੀ ਕਿ ਸਾਰੀ ਤਿਆਰੀ ਹੋ ਗਈ ਆ, ਤੂੰ ਜਾ ਕੇ ਉਸ ਨੂੰ ਕਿਸੇ ਵੀ ਤਰ੍ਹਾਂ ਲੱਭ ਕੇ ਲਿਆ। ਮੇਰਾ ਪਤੀ ਬੋਲਿਆ, ਉਹ ਕਿੱਦਾਂ ਆਵੇਗੀ ਮੇਰੇ ਨਾਲ? ਤੁਸੀਂ ਤਾਂ ਉਸ ਨੂੰ ਧੱਕੇ ਦੇ ਕੇ ਘਰੋਂ ਕੱਢਿਆ। ਮੇਰੀ ਸੱਸ ਬੋਲੀ, ਉਹਦੇ ਵਿੱਚ ਇੰਨੀ ਅਕਲ ਹੈ ਨਹੀਂ। ਤੂੰ ਉਹਦੇ ਸਾਹਮਣੇ ਕੋਈ ਬਹਾਨਾ ਬਣਾ ਦੇਣਾ ਕਿ ਮੋਹਿਤ ਬੇਹੋਸ਼ ਹੋਇਆ ਸੀ। ਹੁਣ ਉਸ ਨੂੰ ਹੋਸ਼ ਆ ਗਿਆ, ਹੁਣ ਉਹ ਬਿਲਕੁਲ ਠੀਕ ਹੋ ਗਿਆ। ਤੂੰ ਕਿਸੇ ਵੀ ਕੀਮਤ ਵਿੱਚ ਉਸ ਨੂੰ ਵਾਪਸ ਲੈ ਕੇ ਆ। ਤੂੰ ਤਾਂ ਜਾਣਦਾ ਵੀ ਆ ਕਿ ਜਿਸ ਮਕਸਦ ਦੇ ਲਈ ਤੂੰ ਉਸ ਦੇ ਨਾਲ ਵਿਆਹ ਕਰਵਾਇਆ ਸੀ, ਉਹ ਹੁਣ ਜਾ ਕੇ ਪੂਰਾ ਹੋਇਆ। ਹੁਣ ਉਸ ਨੂੰ ਇੱਦਾਂ ਨਹੀਂ ਜਾਣ ਦੇਵਾਂਗੇ। ਮੈਨੂੰ ਉਦੋਂ ਖੁੰਨੀ ਖੁਸ਼ੀ ਹੋਈ ਸੀ ਜਦੋਂ ਤੂੰ ਮੈਨੂੰ ਆ ਕੇ ਦੱਸਿਆ ਸੀ ਕਿ ਤੂੰ ਇੱਕ ਅਮੀਰ ਕੁੜੀ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾਇਆ। ਪਰ ਮੈਨੂੰ ਕੀ ਪਤਾ ਸੀ ਕਿ ਉਹਦਾ ਬਾਪ ਇੰਨਾ ਸਖਤ ਆ। ਮੈਨੂੰ ਲੱਗਾ ਕਿ ਜਦੋਂ ਤੁਸੀਂ ਭੱਜ ਗਏ ਸੀ ਤਾਂ ਉਹਦਾ ਬਾਪ ਆਪਣੀ ਇਕਲੌਤੀ ਬੇਟੀ ਨੂੰ ਮਾਫ਼ ਕਰ ਦੇਵੇਗਾ, ਪਰ ਨਹੀਂ, ਉਹ ਬੁੱਢੇ ਨੇ ਸਾਰਾ ਪਲਾਨ ਖਰਾਬ ਕਰਕੇ ਰੱਖਤਾ ਤੇ ਆਪਣੀ ਬੇਟੀ ਨੂੰ ਆਪਣੀ ਜਾਇਦਾਦ ਵਿੱਚੋਂ ਵੀ ਇੱਕ ਫੁੱਟੀ ਕੌੜੀ ਵੀ ਨਾ ਦਿੱਤੀ। ਅਤੇ ਹੁਣ ਜਦੋਂ ਅਸੀਂ ਮੋਹਿਤ ਦੇ ਮੌਤ ਦਾ ਡਰਾਮਾ ਕੀਤਾ ਤਾਂ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਇਹ ਕਿਹਾ ਕਿ ਉਹ ਮਰ ਗਿਆ ਤੇ ਸਾਰਾ ਇਲਜ਼ਾਮ ਨੀਲਮ ਤੇ ਲਗਾ ਦੇਵਾਂਗੇ, ਤਾਂ ਉਹਨੂੰ ਘਰੋਂ ਕੱਢ ਦੇਵਾਂਗੇ। ਫਿਰ ਤੂੰ ਕਿਸੇ ਹੋਰ ਅਮੀਰ ਲੜਕੀ ਨਾਲ ਵਿਆਹ ਕਰੀਂ, ਕਿਉਂਕਿ ਉਹਦੇ ਬਾਪ ਨੇ ਤਾਂ ਤੈਨੂੰ ਇੱਕ ਫੁੱਟੀ ਕੌੜੀ ਵੀ ਨਾ ਦਿੱਤੀ। ਅਸੀਂ ਕਦੋਂ ਤੱਕ ਉਸ ਨੂੰ ਬਿਠਾ ਕੇ ਰੋਟੀਆਂ ਖਵਾਉਂਦੇ? ਮੈਂ ਇਹ ਸਭ ਸੁਣਿਆ ਤਾਂ ਮੈਨੂੰ ਤਾਂ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਮੈਂ ਬਹੁਤ ਹੈਰਾਨ ਸੀ, ਪਰ ਅਗਲੀ ਗੱਲ ਸੁਣ ਕੇ ਮੈਨੂੰ ਇਦਾਂ ਲੱਗਿਆ ਜਿੱਦਾਂ ਕਿਆਮਤ ਤਾਂ ਹੋਣ ਆਈ ਆ। ਪਹਿਲਾਂ ਤਾਂ ਬਸ ਛੋਟੇ-ਮੋਟੇ ਝਟਕੇ ਸੀ। ਮੇਰੀ ਸੱਸ ਦੀ ਅਗਲੀ ਗੱਲ ਨੇ ਮੇਰੇ ਜਿਸਮ ਵਿੱਚੋਂ ਜਾਨ ਕੱਢ ਦਿੱਤੀ। ਮੈਂ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ। ਮੇਰੀ ਸੱਸ ਅਤੇ ਪਤੀ ਨੇ ਜਦੋਂ ਮੈਨੂੰ ਦੇਖਿਆ ਤਾਂ ਉਹਨਾਂ ਦੇ ਚਿਹਰੇ ਦੇ ਰੰਗ ਉੱਡ ਗਏ। ਮੇਰੇ ਪਤੀ ਨੇ ਮੈਨੂੰ ਚੱਕ ਕੇ ਬਿਸਤਰੇ 'ਤੇ ਲਿਟਾਇਆ ਤੇ ਜਦੋਂ ਮੈਨੂੰ ਹੋਸ਼ ਤਾਂ ਮੇਰੇ ਪਤੀ ਬੇਚੈਨੀ ਨਾਲ ਕਮਰੇ 'ਚ ਟਹਿਲ ਰਹੇ ਸੀ। ਮੈਂ ਤੁਰੰਤ ਉੱਠੀ ਤੇ ਕਿਹਾ, ਮੈਨੂੰ ਆਪਣੇ ਪਾਪਾ ਦੇ ਘਰ ਜਾਣਾ। ਮੈਂ ਉਹਦੀ ਕੋਈ ਵੀ ਗੱਲ ਸੁਣੇ ਬਿਨਾਂ ਬਾਹਰ ਨੂੰ ਭੱਜ ਆਈ। ਜਦੋਂ ਮੈਂ ਆਪਣੇ ਬਾਪ ਦੇ ਘਰ ਪਹੁੰਚੀ ਤਾਂ ਸਭ ਕੁਝ ਉੱਜੜ ਗਿਆ ਸੀ। ਮੇਰੇ ਪਾਪਾ ਦੀ ਮੌਤ ਹੋ ਗਈ ਸੀ ਤੇ ਮਰਨ ਤੋਂ ਪਹਿਲਾਂ ਸਾਰੀ ਜਾਇਦਾਦ ਮੇਰੇ ਨਾਮ ਕਰ ਗਏ। ਮੇਰੀ ਮਾਂ ਮੇਰੇ ਗਲੇ ਲੱਗ ਕੇ ਰੋਣ ਲੱਗ ਪਈ। ਇਹੀ ਹਾਲ ਮੇਰਾ ਵੀ ਸੀ। ਦਰਅਸਲ ਵਿਸ਼ਾਲ ਨੇ ਮੇਰੇ ਨਾਲ ਦੌਲਤ ਦੇ ਲਾਲਚ ਵਿੱਚ ਵਿਆਹ ਕੀਤਾ ਸੀ। ਪਹਿਲਾਂ ਤਾਂ ਸਭ ਕੁਝ ਠੀਕ ਚੱਲਦਾ ਰਿਹਾ, ਪਰ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੇਰੇ ਬਾਪ ਦੇ ਵੱਲੋਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਣ ਵਾਲਾ, ਤਾਂ ਉਦੋਂ ਉਹਨਾਂ ਦਾ ਦਿਲ ਮੇਰੇ ਵੱਲੋਂ ਖੱਟਾ ਹੋ ਗਿਆ। ਦੋਨੋਂ ਮਾਂ ਬੇਟਾ ਮੈਨੂੰ ਘਰੋਂ ਕੱਢਣ ਦੀ ਵਜ੍ਹਾ ਲੱਭਣ ਰਹੇ ਸੀ। ਜਦੋਂ ਉਹਨਾਂ ਨੂੰ ਕੋਈ ਵੀ ਵਜ੍ਹਾ ਨਾ ਮਿਲੀ ਤਾਂ ਉਹਨਾਂ ਨੇ ਮੇਰੇ ਬੇਟੇ ਮੋਹਿਤ ਨੂੰ ਮਾਰਨ ਦਾ ਡਰਾਮਾ ਕੀਤਾ ਤੇ ਮੇਰੇ ਉੱਪਰ ਇਲਜ਼ਾਮ ਲਗਾ ਕੇ ਮੈਨੂੰ ਘਰੋਂ ਕੱਢ ਦਿੱਤਾ। ਮਗਰੋਂ ਉਹਨਾਂ ਨੇ ਕਿਸੇ ਕੋਲੋਂ ਗੱਲ ਸੁਣੀ ਕਿ ਮੇਰੇ ਪਾਪਾ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਆ ਤੇ ਆਪਣੀ ਸਾਰੀ ਜਾਇਦਾਦ ਦਾ ਵਾਰਸ ਮੈਨੂੰ ਬਣਾ ਗਏ ਆ। ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤਾਂ ਉਹ ਪਾਗਲ ਹੋ ਰਹੇ ਸੀ। ਹੁਣ ਉਹ ਮੇਰੇ ਕੋਲੋਂ ਮਾफ़ੀ ਮੰਗਦੇ ਰਹੇ ਕਿ ਉਹਨਾਂ ਕੋਲੋਂ ਗਲਤੀ ਹੋ ਗਈ ਆ, ਪਰ ਮੈਂ ਫੈਸਲਾ ਕਰ ਲਿਆ ਸੀ ਹੁਣ ਮੈਂ ਇਹਨਾਂ ਨੂੰ ਮਾफ़ ਨਹੀਂ ਕਰਾਂਗੀ। ਜਿਨ੍ਹਾਂ ਨੂੰ ਮੇਰੇ ਨਾਲ ਨਹੀਂ, ਮੇਰੀ ਦੌਲਤ ਨਾਲ ਪਿਆਰ ਸੀ। ਮੈਂ ਆਪਣੇ ਬੇਟੇ ਦੇ ਨਾਲ ਆਪਣੇ ਪੇਕੇ ਘਰ ਆ ਗਈ ਤੇ ਆਪਣੀ ਮਾਂ ਦੇ ਨਾਲ ਆ ਕੇ ਰਹਿਣ ਲੱਗ ਪਈ। ਇਦਾਂ ਹੀ ਸਮਾਂ ਬੀਤਦਾ ਗਿਆ। ਫਿਰ ਸੁਣਨ ਵਿੱਚ ਆਇਆ ਕਿ ਵਿਸ਼ਾਲ ਦੀ ਭੈਣ ਦਾ ਤਲਾਕ ਹੋ ਗਿਆ ਤੇ ਉਹ ਆਪਣੇ ਪੇਕੇ ਘਰ ਆ ਕੇ ਬੈਠ ਗਈ। ਉਹਨਾਂ ਕੋਲੋਂ ਇਹ ਸਭ ਬਰਦਾਸ਼ਤ ਨਾ ਹੋਇਆ ਤੇ ਮੇਰੀ ਸੱਸ ਨੂੰ ਹਾਰਟ ਅਟੈਕ ਆ ਗਿਆ, ਜਿਨ੍ਹਾਂ ਦੀ ਹਾਲਤ ਤਰਸਯੋਗ ਸੀ। ਵਿਸ਼ਾਲ ਦੀ ਹਾਲਤ ਦੇਖ ਕੇ ਮੇਰਾ ਦਿਲ ਖੂਨ ਦੇ ਅੱਥਰੂ ਰੋਂਦਾ ਸੀ। ਭਾਵੇਂ ਉਸਨੇ ਜੋ ਵੀ ਕੀਤਾ, ਪਰ ਹੈ ਤਾਂ ਮੇਰੀ ਮੁਹੱਬਤ ਹੀ ਸੀ। ਉਸੇ ਮੁਹੱਬਤ ਦੀ ਖਾਤਰ ਅਤੇ ਆਪਣੇ ਬੱਚੇ ਦੀ ਖਾਤਰ ਮੈਂ ਉਸ ਨੂੰ ਮਾफ़ ਕਰ ਦਿੱਤਾ ਸੀ। ਮੇਰਾ ਬੇਟਾ ਵੀ ਆਪਣੇ ਬਾਪ ਦੀ ਜੁਦਾਈ ਵਿੱਚ ਅੱਧਾ ਹੋ ਗਿਆ ਸੀ। ਮੈਂ ਵਿਸ਼ਾਲ ਨਾਲ ਸਲਾਹ ਕਰ ਲਈ ਕਿ ਉਸ ਨੂੰ ਵੀ ਅਹਿਸਾਸ ਹੋ ਗਿਆ ਸੀ ਕਿ ਉਸਨੇ ਮੇਰੇ ਨਾਲ ਬਹੁਤ ਗਲਤ ਕੀਤਾ ਸੀ। ਹੁਣ ਉਹ ਬਿਲਕੁਲ ਸੁਧਰ ਗਿਆ ਸੀ ਤੇ ਇੱਕ ਮੌਕਾ ਤਾਂ ਰੱਬ ਵੀ ਦੇ ਦਿੰਦਾ। ਮੈਂ ਤਾਂ ਫਿਰ ਇਨਸਾਨ ਆ। ਅੱਜ ਮੈਂ ਆਪਣੇ ਬੇਟੇ ਅਤੇ ਪਤੀ ਨਾਲ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਰਹੀ ਹਾਂ। ਦੌਲਤ ਦੀ ਹਵਸ ਇਨਸਾਨ ਨੂੰ ਅੰਨਾ ਕਰ ਦਿੰਦੀ ਆ। ਉਹ ਸੰਭਲ ਤਾਂ ਜਾਂਦਾ, ਪਰ ਠੋਕਰ ਲੱਗਣ ਤੋਂ ਬਾਅਦ। ਆਖਰ ਵਿੱਚ ਮੈਂ ਤੁਹਾਨੂੰ ਇਹੀ ਪੁੱਛਾਂਗੀ ਕਿ ਮੈਂ ਵਿਸ਼ਾਲ ਨੂੰ ਮਾफ़ ਕਰਕੇ ਠੀਕ ਕੀਤਾ ਜਾਂ ਮੈਨੂੰ ਉਸੇ ਨਾਲੋਂ ਅਲੱਗ ਰਹਿਣਾ ਚਾਹੀਦਾ ਸੀ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ 'ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।